ਪੰਜਾਬੀ ਅਧਿਆਪਕ ਰਾਜਸਥਾਨ ਕੁਲਦੀਪ ਸਿੰਘ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਆਪਾਂ ਪੜਾਂਗੇ ਜਮਾਤ 9ਵੀਂ ਵਿਸ਼ਾ ਪੰਜਾਬੀ ਲੋਕ ਕਹਾਣੀ ਨੀਤੀ ਕਥਾ ਵਿੱਚੋਂ ਦੂਜੀ ਕਹਾਣੀ ਸ਼ੇਰ ਤੇ ਬਾਂਦਰ। ਤੁਸੀਂ ਵੇਖ ਰਹੇ ਹੋ ਪੰਜਾਬੀ ਅਧਿਆਪਕ ਰਾਜਸਥਾਨ ਬੋਰਡ ਦੇ ਪੰਜਾਬੀ ਵਿਸ਼ੇ ਦਾ ਪਹਿਲਾ YouTube ਚੈਨਲ। ਅਗਰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਜਰੂਰ ਸਬਸਕ੍ਰਾਈਬ ਕਰੋ, ਆਪਣੇ ਦੋਸਤਾਂ ਨੂੰ ਵੀ ਦੱਸੋ। ਆਪਾਂ ਸ਼ੁਰੂ ਕਰਦੇ ਹਾਂ। ਸ਼ੇਰ ਤੇ ਬਾਂਦਰ। ਇੱਕ ਜੰਗਲ ਵਿੱਚ ਸ਼ੇਰ ਰਹਿੰਦਾ ਸੀ। ਜਦੋਂ ਉਹ ਬੁੱਢਾ ਹੋਇਆ ਤਾਂ ਉਸ ਲਈ ਸ਼ਿਕਾਰ ਕਰਨਾ ਮੁਸ਼ਕਲ ਹੋ ਗਿਆ। ਭੁੱਖ ਦਾ ਸਤਾਇਆ ਸ਼ੇਰ ਠੱਗੀ ਦੀਆਂ ਤਰਕੀਬਾਂ ਸੋਚਣ ਲੱਗਿਆ। ਸੋ ਸ਼ੇਰ ਨੇ ਮਹਾਤਮਾ ਦਾ ਰੂਪ ਧਾਰ ਲਿਆ ਤੇ ਦੂਜੇ ਜਾਨਵਰਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਬੋਝ ਕੇ ਜ਼ਮੀਨ ਤੇ ਪੈਰ ਰੱਖਣ ਲੱਗਿਆ। ਬਾਂਦਰ ਨੇ ਸ਼ੇਰ ਨੂੰ ਜਦੋਂ ਵੇਖਿਆ ਤੇ ਪੁੱਛਣ ਲੱਗਾ, ਸ਼ੇਰ ਰਾਜਾ, ਅੱਜ ਕਿਵੇਂ ਜ਼ਮੀਨ ਤੇ ਫੂਕ ਕੇ ਚੱਲਦੇ ਪਏ ਹੋ? ਕੀ ਗੱਲ, ਖੈਰ ਤਾਂ ਹੈ? ਸ਼ੇਰ ਨੇ ਧਿਆਨ ਨਾਲ ਕਿਹਾ। ਸ਼ੇਰ ਨੇ ਪਿਆਰ ਨਾਲ ਕਿਹਾ, ਬੇਟਾ, ਮੈਂ ਜੀਵਨ 'ਚ ਕਈ ਪਾਪ ਕੀਤੇ ਨੇ। ਹੁਣ ਬੁੱਢਾ ਹੋਇਆ ਤਾਂ ਪਛਤਾਵਾ ਹੋ ਰਿਹਾ ਹੈ। ਮੈਂ ਜ਼ਮੀਨ ਤੇ ਫੂਕ ਕੇ ਪੈਰ ਧਰਦਾ ਬਈ ਕੋਈ ਜੀਵ ਜੰਤੂ ਨਾ ਪੈਰ ਥੱਲੇ ਆ ਜਾਵੇ। ਬਾਂਦਰ ਨੇ ਸੋਚਿਆ, ਵਾਹ ਬਈ, ਆ ਤਾਂ ਕਮਾਲ ਹੀ ਹੋ ਗਈ। ਇੱਕ ਜੰਗਲ ਦਾ ਰਾਜਾ ਮਹਾਤਮਾ ਬਣ ਗਿਆ। ਮੈਂ ਤਾਂ ਬੜਾ ਭਾਗਾ ਵਾਲਾ ਹਾਂ ਜਿਹੜਾ ਇਸ ਮਹਾਤਮਾ ਦੇ ਦਰਸ਼ਨ ਕਰ ਰਿਹਾ ਹਾਂ। ਕਿਉਂ ਨਾ ਸ਼ੇਰ ਤੋਂ ਆਸ਼ੀਰਵਾਦ ਹੀ ਲੈ ਲਵਾਂ। ਇਸ ਦੇ ਚਰਨ ਛੂ ਕੇ ਆਸ਼ੀਰਵਾਦ ਪ੍ਰਾਪਤ ਕਰਨਾ ਚਾਹੀਦਾ ਹੈ। ਬਾਂਦਰ ਨੇ ਚੱਟ ਦਰਖਤ ਤੋਂ ਟਪੂਸੀ ਮਾਰੀ ਤੇ ਥੱਲੇ ਉਤਰ ਕੇ ਸ਼ੇਰ ਤੋਂ ਆਸ਼ੀਰਵਾਦ ਲੈਣ ਲੱਗਾ। ਜੋ ਹੀ ਬਾਂਦਰ ਸ਼ੇਰ ਦੇ ਪੈਰਾਂ ਨੂੰ ਹੱਥ ਲਾਉਣ ਲੱਗਿਆ, ਸ਼ੇਰ ਨੇ ਮੌਕਾ ਤਾੜ ਕੇ ਬਾਂਦਰ ਨੂੰ ਦਬੋਚ ਲਿਆ। ਬਾਂਦਰ ਸਮਝ ਗਿਆ ਕਿ ਉਸ ਨਾਲ ਠੱਗੀ ਹੋ ਗਈ ਹੈ। ਉਹ ਮੌਤ ਤੋਂ ਘਬਰਾਇਆ ਨਾ ਤੇ ਉਸੇ ਸਮੇਂ ਕੋਈ ਜੁਗਤ ਸੋਚਣ ਲੱਗਾ। ਥੋੜੀ ਦੇਰ ਬਾਅਦ ਉਹ ਖਿੜਖਿੜਾ ਕੇ ਹੱਸਣ ਲੱਗਿਆ। ਸ਼ੇਰ ਉਸ ਨੂੰ ਹੱਸਦਿਆਂ ਵੇਖ ਕੇ ਪਰੇਸ਼ਾਨ ਹੋ ਗਿਆ ਤੇ ਪੁੱਛਣ ਲੱਗਾ, ਤੂੰ ਮੂਰਖ ਹੈ? ਮੌਤ ਤੇਰੇ ਸਿਰ ਤੇ ਹੈ, ਫਿਰ ਵੀ ਹੱਸੀ ਜਾਂਦਾ ਹੈ, ਕੀ ਗੱਲ ਹੈ? ਬਾਂਦਰ ਨੇ ਕਿਹਾ, ਸ਼ੇਰ ਰਾਜਾ ਜੀ, ਗ੍ਰਹਿਾਂ ਦਾ ਸ਼ੁਭ ਯੋਗ ਚੱਲ ਰਿਹਾ ਹੈ। ਜੋ ਖੁੱਲ੍ਹ ਕੇ ਹੱਸੇਗਾ ਉਸ ਨੂੰ ਸਵਰਗ ਦੀ ਪ੍ਰਾਪਤੀ ਹੋਵੇਗੀ। ਮੈਂ ਤਾਂ ਹੱਸਿਆ ਹਾਂ, ਜੇਕਰ ਤੁਸੀਂ ਵੀ ਹੱਸੋਗੇ ਤਾਂ ਤੁਹਾਨੂੰ ਵੀ ਸਵਰਗ ਪ੍ਰਾਪਤ ਹੋਵੇਗਾ। ਸ਼ੇਰ ਨੇ ਬਾਂਦਰ ਦੀ ਗੱਲ ਜਿਉਂ ਹੀ ਸੁਣੀ, ਉਸ ਦੇ ਮਨ ਵਿੱਚ ਸਵਰਗ ਦੀ ਲਾਲਸਾ ਜਾਗ ਪਈ। ਉਹ ਵੀ ਖਿੜਖਿੜਾ ਕੇ ਹੱਸਣ ਲੱਗਿਆ। ਜਿਉਂ ਹੀ ਸ਼ੇਰ ਲੋਟ-ਪੋਟ ਹੱਸਣ ਲੱਗਿਆ, ਬਾਂਦਰ ਮੌਕਾ ਤਾੜ ਕੇ ਨੱਸ ਗਿਆ। ਫਿਰ ਸ਼ੇਰ ਸਮਝ ਗਿਆ ਕਿ ਬਾਂਦਰ ਨੇ ਚਾਲ ਚੱਲੀ ਹੈ। ਸ਼ੇਰ ਸ਼ਰਮਿੰਦਾ ਹੋ ਗਿਆ। ਮੈਂ ਵੀ ਚਾਲ ਚੱਲੀ ਸੀ, ਬਾਂਦਰ ਵੀ ਚਾਲ ਚੱਲ ਕੇ ਮੈਨੂੰ ਧੋਖਾ ਦੇ ਗਿਆ। ਬਾਂਦਰ ਫਿਰ ਦਰਖਤ ਤੇ ਚੜ੍ਹ ਗਿਆ, ਉੱਚੀ ਰੋਣ ਲੱਗਿਆ। ਸ਼ੇਰ ਨੇ ਬਾਂਦਰ ਨੂੰ ਪੁੱਛਿਆ, ਓਏ ਮੂਰਖਾ, ਹੁਣ ਕਿਉਂ ਰੋਂਦਾ ਹੈ? ਹੁਣ ਤਾਂ ਤੇਰੀ ਜਾਨ ਬਚ ਗਈ, ਤੂੰ ਰੋਈ ਜਾਂਦਾ ਹੈ? ਇਹ ਕੀ ਗੱਲ? ਬਾਂਦਰ ਰੋਂਦਾ ਕਹਿਣ ਲੱਗਿਆ, ਸ਼ੇਰ ਮਹਾਰਾਜ, ਮੈਂ ਇਸ ਕਰਕੇ ਰੋਂਦਾ ਹਾਂ, ਜੇਕਰ ਤੁਹਾਡੇ ਵਰਗੇ ਮਹਾਤਮਾ ਪੈਦਾ ਹੋਣ ਲੱਗ ਪਏ ਤਾਂ ਦੁਨੀਆ ਦਾ ਕੀ ਬਣੇਗਾ? ਇਹ ਛੇਤੀ ਹੀ ਗਰਕ ਹੋ ਜਾਵੇਗੀ। ਸਮਝੋ। ਬਾਂਦਰ ਦੀ ਗੱਲ ਸੁਣਦਿਆਂ ਹੀ ਸ਼ੇਰ ਹੋਰ ਸ਼ਰਮਿੰਦਾ ਹੋ ਗਿਆ। ਹੁਣ ਆਪਾਂ ਕਰਦੇ ਹਾਂ ਪ੍ਰਸ਼ਨ ਉੱਤਰ। ਪਹਿਲਾ ਪ੍ਰਸ਼ਨ ਹੈ, ਇਸ ਨੀਤੀ ਕਥਾ ਬਾਂਦਰ ਤੇ ਸ਼ੇਰ ਦਾ ਸਾਰ ਲਿਖੋ ਤੇ ਆਪਾਂ ਨੂੰ ਇਸ ਦਾ ਸਾਰ ਲਿਖ ਦੇਣਾ ਹੈ। ਦੂਜਾ ਪ੍ਰਸ਼ਨ, ਬਾਂਦਰ ਨੇ ਸ਼ੇਰ ਨੂੰ ਜਦੋਂ ਜ਼ਮੀਨ ਤੇ ਪੈਰ ਫੂਕ ਰੱਖਦਿਆਂ ਦੇਖਿਆ ਤਾਂ ਕੀ ਕਿਹਾ? ਉਸ ਨੇ ਕਿਹਾ ਕਿ ਜੰਗਲ ਦਾ ਰਾਜਾ ਮਹਾਤਮਾ ਬਣ ਗਿਆ ਹੈ। ਮੈਂ ਤਾਂ ਬੜੇ ਭਾਗਾਂ ਵਾਲਾ ਹਾਂ ਜਿਹੜਾ ਮਹਾਤਮਾ ਦੇ ਦਰਸ਼ਨ ਕਰ ਰਿਹਾ ਹਾਂ। ਕਿਉਂ ਨਾ ਸ਼ੇਰ ਤੋਂ ਆਸ਼ੀਰਵਾਦ ਹੀ ਲੈ ਲਵਾਂ। ਅਗਲਾ ਪ੍ਰਸ਼ਨ, ਬਾਂਦਰ ਨੇ ਕੀ ਚਾਲ ਚੱਲੀ? ਬਾਂਦਰ ਨੇ ਕਿਹਾ, ਸ਼ੇਰ ਜੀ, ਗ੍ਰਹਿਾਂ ਦਾ ਸ਼ੁਭ ਯੋਗ ਚੱਲ ਰਿਹਾ ਹੈ, ਇਸ ਲਈ ਜੋ ਖੁੱਲ੍ਹ ਕੇ ਹੱਸੇਗਾ ਉਸ ਨੂੰ ਸਵਰਗ ਦੀ ਪ੍ਰਾਪਤੀ ਹੋਵੇਗੀ। ਸਵਰਗ ਜਾਣ ਦੀ ਲਾਲਸਾ ਉਸ ਦੇ ਮਨ ਵਿੱਚ ਜਾਗਦੀ ਹੈ ਤੇ ਉਹ ਖੁਸ਼ ਹੁੰਦਾ ਹੈ ਤੇ ਲੋਟ-ਪੋਟ ਹੋ ਕੇ ਹੱਸਣ ਲੱਗ ਪੈਂਦਾ ਹੈ। ਬਾਂਦਰ ਮੌਕਾ ਤਾੜ ਕੇ ਭੱਜ ਜਾਂਦਾ ਹੈ। ਸ਼ੇਰ ਨੇ ਕੀ ਚਾਲ ਚੱਲੀ? ਇਹਦਾ ਉੱਤਰ ਹੋਵੇਗਾ, ਜਦੋਂ ਸ਼ੇਰ ਬੁੱਢਾ ਹੋ ਗਿਆ ਤਾਂ ਉਸਨੇ ਸ਼ਿਕਾਰ ਕਰਨਾ ਔਖਾ ਹੋ ਗਿਆ ਤਾਂ ਉਸਨੇ ਮਹਾਤਮਾ ਦਾ ਰੂਪ ਧਾਰ ਲਿਆ ਤਾਂ ਜੋ ਦੂਜੇ ਜਾਨਵਰ ਦਾ ਧਿਆਨ ਉਸ ਵੱਲ ਹੋ ਜਾਵੇ। ਉਹ ਪੈਰ ਫੂਕ ਕੇ ਰੱਖਣ ਲੱਗ ਪਿਆ। ਬਾਂਦਰ ਨੇ ਇਸ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ ਕਿ ਉਸ ਦੇ ਪੈਰਾਂ ਥੱਲੇ ਕੋਈ ਜੀਵ ਜੰਤੂ ਨਾ ਆ ਜਾਏ। ਬਾਂਦਰ ਸ਼ੇਰ ਦੀਆਂ ਗੱਲਾਂ ਵਿੱਚ ਆ ਜਾਂਦਾ ਹੈ। ਉਹ ਉਸ ਤੋਂ ਆਸ਼ੀਰਵਾਦ ਲੈਣ ਲਈ ਸ਼ੇਰ ਦੇ ਪੈਰਾਂ ਵਿੱਚ ਝੁਕਦਾ ਹੈ
ਤਾਂ ਸ਼ੇਰ ਉਸ ਨੂੰ ਦਬੋਚ ਲੈਂਦਾ ਹੈ ਔਰ ਉਹਦੀ ਜਿਹੜੀ ਚਾਲ ਚੱਲੀ ਸੀ ਉਹ ਸਫਲ ਹੋ ਜਾਂਦੀ ਹੈ। ਅਗਲਾ ਪ੍ਰਸ਼ਨ, ਬਾਂਦਰ ਨੇ ਸ਼ੇਰ ਨੂੰ ਅੰਤ ਕੀ ਸਮਝਾਇਆ? ਬਾਂਦਰ ਨੇ ਸ਼ੇਰ ਨੂੰ ਸਮਝਾਇਆ ਕਿ ਸ਼ੇਰ ਮਹਾਰਾਜ, ਮੈਂ ਇਸ ਕਰਕੇ ਰੋਂਦਾ ਹਾਂ, ਜੇਕਰ ਤੁਹਾਡੇ ਵਰਗੇ ਮਹਾਤਮਾ ਪੈਦਾ ਹੋਣ ਲੱਗ ਪਏ ਤਾਂ ਦੁਨੀਆ ਛੇਤੀ ਗਰਕ ਹੋ ਜਾਵੇਗੀ। ਉਹਨੇ ਆਹ ਗੱਲ ਸਮਝਾਈ ਕਿ ਅਗਰ ਤੁਹਾਡੇ ਵਰਗੇ ਮਹਾਤਮਾ ਪੈਦਾ ਹੋਣ ਲੱਗ ਗਏ ਤਾਂ ਦੁਨੀਆ ਦਾ ਕੀ ਬਣੇਗਾ। ਤੁਸੀਂ ਵੇਖ ਰਹੇ ਸੀ ਪੰਜਾਬੀ ਅਧਿਆਪਕ ਰਾਜਸਥਾਨ YouTube ਚੈਨਲ। ਅਗਰ ਹਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਘੰਟੀ ਵੀ ਵਜਾ ਦਿਓ ਤਾਂ ਕਿ ਸਮੇਂ ਸਿਰ ਨੋਟੀਫਿਕੇਸ਼ਨ ਤੁਹਾਡੇ ਕੋਲ ਆਉਂਦੇ ਰਹਿਣ। ਧੰਨਵਾਦ।